ਹੈਲੋ एवरीवन, ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਆਪਣੇ ਪੇਪਰਾਂ ਦੀ ਤਿਆਰੀ ਬਹੁਤ ਚੰਗੀ ਤਰ੍ਹਾਂ ਕਰ ਰਹੇ ਹੋਵੋਗੇ। ਅੱਜ ਆਪਣੀ ਜਿਹੜੀ ਵੀਡੀਓ ਹੈ ਉਸ ਦਾ ਟੌਪਿਕ ਹੈ ਮੈਰਾਥਨਸ। ਮਤਲਬ ਮੈਰਾਥਨਸ ਕਿਵੇਂ ਲਾਈਏ। ਹੁਣ ਇੰਨੀਆਂ ਜ਼ਿਆਦਾ ਮੈਰਾਥਨਸ ਨੇ, ਹਰ YouTube ਤੇ ਦੇਖੀਏ ਤਾਂ ਹਰ ਚੈਨਲ ਨੇ ਡਿਫਰੈਂਟ ਤਰ੍ਹਾਂ ਦੀਆਂ ਮੈਰਾਥਨਸ ਲਾਈਆਂ ਹੋਈਆਂ। ਕਿਸੇ ਨੇ 8 ਘੰਟੇ ਦੀ, ਕਿਸੇ ਨੇ 9, 10, 11, 12 ਅਣਗਿਣਤ ਹੀ ਮੈਰਾਥਨਸ ਪਈਆਂ ਨੇਗੀਆਂ। ਆਪਾਂ ਸਾਰੇ ਹੀ ਦੇਖਦੇ ਹਾਂ ਕਿੰਨੇ ਹੀ ਯੂਟਿਊਬ ਚੈਨਲਸ ਹੈ ਐਂਡ ਕਿੰਨੇ ਹੀ ਇੰਸਟੀਟਿਊਟਸ ਵਾਲੇ ਜਿਨ੍ਹਾਂ ਨੇ ਇੰਨੀਆਂ ਲੰਮੀਆਂ ਮੈਰਾਥਨਸ ਲਾਈਆਂ ਹੋਈਆਂ। ਹੁਣ ਸਵਾਲ ਇਹ ਉੱਠਦਾ ਕਿ ਮੈਰਾਥਨਸ ਆਪਾਂ ਨੂੰ ਕਦੋਂ ਲਾਉਣੀਆਂ ਚਾਹੀਦੀਆਂ ਨੇਗੀਆਂ। ਤਾਂ ਸਭ ਤੋਂ ਪਹਿਲਾਂ ਆਪਾਂ ਮੈਰਾਥਨਸ ਜਦੋਂ ਆਪਾਂ ਆਪਣਾ ਪਹਿਲਾਂ ਸਿਲੇਬਸ ਪੂਰਾ ਕਰੀਏ, ਠੀਕ ਹੈ। ਜਿਵੇਂ ਕਿ ਮੈਂ ਪਿਛਲੀ ਵੀਡੀਓ 'ਚ ਵੀ ਇਹ ਗੱਲ ਕਹੀ ਹੈ ਕਿ ਸਭ ਤੋਂ ਮੇਨ ਹੈ ਤੁਹਾਡਾ ਸਿਲੇਬਸ, ਜੋ ਕਿ ਤੁਹਾਡੀਆਂ ਬੁੱਕਸ ਤੋਂ ਹੀ ਪੂਰਾ ਹੋਊਗਾ ਜਾਂ ਫਿਰ ਤੁਹਾਡਾ ਕੋਈ ਟੀਚਰ ਤੁਹਾਨੂੰ ਕਰਾਊਗਾ। ਸੋ ਜੇ ਤੁਸੀਂ ਬੁੱਕ ਲਿਸਟ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਿਓ, ਮੈਂ ਤੁਹਾਨੂੰ ਆਪਣੀ ਬੁੱਕ ਲਿਸਟ ਵੀ ਪ੍ਰੋਵਾਈਡ ਕਰ ਦੂੰਗੀ ਕਿ ਕਿਹੜੀਆਂ ਬੁੱਕਸ ਜਿਹੜੀਆਂ ਨੇਗੀਆਂ ਸੂਟੇਬਲ ਨੇਗੀਆਂ ਆਪਣੇ ਪੇਪਰਾਂ ਦੀ ਤਿਆਰੀ ਵਾਸਤੇ। ਸੈਕੰਡਲੀ ਫਿਰ ਆਪਾਂ ਜਦੋਂ ਜਾਂ ਬੁੱਕਸ ਪੜ੍ਹੋ ਜਾਂ ਫਿਰ ਆਪਣੇ ਟੀਚਰਸ ਤੋਂ ਪੜ੍ਹੋ। ਦੈਨ ਜਦੋਂ ਆਪਾਂ ਆਪਣਾ ਸਿਲੇਬਸ ਪੂਰਾ ਕਰ ਲਿਆ ਫਿਰ ਆਪਾਂ ਮੈਰਾਥਨਸ ਲਾਉਣੀਆਂ ਨੇ, ਠੀਕ ਹੈ। ਉਸ ਤੋਂ ਪਹਿਲਾਂ ਆਪਾਂ ਮੈਰਾਥਨਸ ਨਹੀਂ ਲਾਉਣੀਆਂ। ਨਾ ਹੀ ਤਾਂ ਆਪਾਂ ਸਿਲੇਬਸ ਵਾਲੀਆਂ ਲਾਉਣੀਆਂ, ਨਾ ਹੀ ਆਪਾਂ MCQ ਵਾਲੀਆਂ ਮੈਰਾਥਨਸ ਲਾਉਣੀਆਂ ਨੇ। ਵੰਸ ਯੂ ਕੰਪਲੀਟਡ ਯੂਅਰ ਸਿਲੇਬਸ ਫਿਰ ਆਪਾਂ ਆਪਣੀਆਂ ਮੈਰਾਥਨਸ ਲਾਵਾਂਗੇ, ਠੀਕ। ਕਿਉਂਕਿ ਉਹ ਮੈਰਾਥਨਸ ਜਿਹੜੀਆਂ ਨੇ ਨਾ ਉਹ ਪ੍ਰੈਕਟਿਸ ਵਾਸਤੇ ਹੁੰਦੀਆਂ ਨੇ। ਇਹ ਨਹੀਂ ਹੈ ਕਿ ਜੇ ਤੁਸੀਂ ਖੁਦ ਸੋਚੋ ਨਾ ਕਿ ਜੇ 8-9 ਘੰਟਿਆਂ ਦੀ ਮੈਰਾਥਨ ਲਾ ਕੇ ਤੁਹਾਡਾ ਇੱਕ ਸਬਜੈਕਟ ਪੂਰਾ ਹੋ ਗਿਆ ਤਾਂ ਉਹ ਮੈਰਾਥਨ ਤਾਂ ਕਿੰਨੇ ਜਣੇ ਨੇ ਦੇਖੀ ਹੋਈ ਹੁੰਦੀ ਆ। ਇੰਨਿਆਂ ਦੀ ਤਾਂ ਸਿਲੈਕਸ਼ਨ ਵੀ ਨਹੀਂ ਹੁੰਦੀ ਨਾ। ਸੋ ਪਹਿਲਾਂ ਸਿਲੇਬਸ ਪੂਰਾ ਕਰੋ, ਮੈਰਾਥਨ ਲਾਓ, ਤੁਹਾਡੀ ਰਿਵੀਜ਼ਨ ਹੋਊਗੀ। ਮੈਂ ਤਾਂ ਕਹਿਣੀ ਹਾਂ ਕਿ ਤੁਹਾਨੂੰ ਕੀ ਕਰਨਾ ਚਾਹੀਦਾ, ਪਹਿਲਾਂ ਤੁਸੀਂ ਆਪਣੀ ਮੈਰਾਥਨ ਸਿਲੇਬਸ ਪੂਰਾ ਕਰੋ। ਦੈਨ ਫਿਰ ਜਿਹੜੀ ਸਿਲੇਬਸ ਵਾਲੀ ਮੈਰਾਥਨ ਹੁੰਦੀ ਹੈ ਨਾ ਵਿਦਾਊਟ MCQ ਉਹ ਲਾਓ। ਦੈਨ ਫਿਰ ਆਪਣੀ MCQ ਵਾਲੀ ਮੈਰਾਥਨ ਲਾਓ ਤਾਂ ਕਿ ਤੁਹਾਡੀ ਪ੍ਰੈਕਟਿਸ ਹੁੰਦੀ ਰਹੇ, ਤੁਹਾਨੂੰ ਸਿਲੇਬਸ ਵੀ ਯਾਦ ਰਹੇ, ਹੈ ਨਾ। ਸੋ ਸਭ ਤੋਂ ਪਹਿਲਾਂ ਆਪਾਂ ਇਹ ਕਰ ਸਕਦੇ ਹਾਂ, ਜਿਵੇਂ ਆਪਾਂ ਕੋਈ ਇੱਕ ਸਬਜੈਕਟ ਲੈ ਲਿਆ ਹੈ, ਸਪੋਜ਼ ਕਰੋ ਪੋਲਿਟੀ ਦਾ ਸਬਜੈਕਟ ਹੈ, ਆਪਾਂ ਪੋਲਿਟੀ ਪੜ੍ਹ ਲਈਏ ਬੁੱਕ ਤੋਂ, ਫਿਰ ਆਪਾਂ ਉਸ ਦੀ ਮੈਰਾਥਨ ਸ਼ੁਰੂ ਕਰਾਂਗੇ। ਐਂਡ ਆਪਾਂ ਬੁੱਕ ਤੋਂ ਹੀ ਕੋਈ ਹੋਰ ਜਿਹੜੀ ਸਬਜੈਕਟ ਹੈ ਉਸ ਨੂੰ ਸ਼ੁਰੂ ਕਰਾਂਗੇ। ਜਿਵੇਂ ਆਪਾਂ ਬੁੱਕ ਤੋਂ ਹਿਸਟਰੀ ਸ਼ੁਰੂ ਕਰ ਲਿਆ ਹੈ, ਪੋਲਿਟੀ ਦੀ ਆਪਾਂ ਮੈਰਾਥਨ ਸ਼ੁਰੂ ਕਰਤੀ ਆ, ਠੀਕ ਹੈ। ਐਵੇਂ ਆਪਾਂ 2-2 3-3 ਸਬਜੈਕਟਸ ਨਾਲ ਲੈ ਕੇ ਚੱਲ ਸਕਦੇ ਹਾਂ। ਬਟ ਇਹ ਨਹੀਂ ਕਿ ਆਪਾਂ ਸੋਚਿਆ ਅੱਜ ਆਪਾਂ ਹਿਸਟਰੀ ਕਰਨੀ ਹੈ, ਚਲੋ ਜੀ ਮੈਰਾਥਨ ਤੋਂ ਸ਼ੁਰੂ ਕਰ ਦਈਏ। ਨੋ, ਉਹ ਆਪਣੀ ਗਲਤ ਅਪਰੋਚ ਹੁੰਦੀ ਹੈ ਕਿਉਂਕਿ ਮੈਰਾਥਨ 'ਚ ਇੰਨਾ ਸਾਰਾ ਕੁਛ ਨਹੀਂ ਆਉਂਦਾ। ਉਹਦੇ ਵਿੱਚ ਸਿਰਫ ਔਰ ਸਿਰਫ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹ ਆਉਂਦੀਆਂ ਨੇ। ਬਟ ਕਈ ਵਾਰ ਜ਼ਰੂਰੀ ਨਹੀਂ ਕਿ ਪੇਪਰ ਸਿਰਫ ਇੰਪੋਰਟੈਂਟ ਚੀਜ਼ਾਂ 'ਚੋਂ ਹੀ ਆਉਂਦਾ ਹੈ। ਉਹ ਇੰਪੋਰਟੈਂਟ ਟੀਚਰ ਉਸ ਜੋ ਚੀਜ਼ਾਂ ਨੇ ਉਸ ਟੀਚਰ ਵਾਸਤੇ ਇੰਪੋਰਟੈਂਟ ਹੁੰਦੀਆਂ ਨੇ, ਐਗਜ਼ਾਮ ਵਾਸਤੇ ਨਹੀਂ। ਯਾਨੀ ਕਿ ਉਸ ਟੀਚਰ ਨੇ ਸੋਚਿਆ ਹੁੰਦਾ ਕਿ ਇੰਪੋਰਟੈਂਟ ਹੈ ਤਾਂ ਮੈਂ ਇਹਨਾਂ ਨੂੰ ਲੈ ਕੇ ਇੱਕ ਮੈਰਾਥਨ ਤਿਆਰ ਕਰਦਾ। ਬਟ ਐਗਜ਼ਾਮੀਨਰ ਨੇ ਕੀ ਸੋਚਿਆ ਇੰਪੋਰਟੈਂਟ ਕੀ ਹੈ, ਕੁਛ ਵੀ ਹੋ ਸਕਦਾ ਹੈ। ਸੋ ਇਸ ਲਈ ਆਪਾਂ ਨੂੰ ਪਹਿਲਾਂ ਸਿਲੇਬਸ ਪੂਰਾ ਕਰਨਾ ਚਾਹੀਦਾ, ਫਿਰ ਆਪਾਂ ਨੂੰ ਆਪਣੀਆਂ ਮੈਰਾਥਨਸ ਲਾਉਣੀਆਂ ਚਾਹੀਦੀਆਂ ਨੇ। ਫਿਰ ਮੈਰਾਥਨਸ ਲਾਉਣ ਦਾ ਸਹੀ ਟਾਈਮ, ਇੱਕ ਅੱਜ ਕੱਲ੍ਹ ਬੜਾ ਹੀ ਇੰਨਾ ਜ਼ਿਆਦਾ ਟਰੈਂਡ ਚੱਲਿਆ ਹੋਇਆ ਕਿ ਜਦੋਂ ਪੇਪਰ ਆਉਣ ਵਾਲਾ ਹੁੰਦਾ ਓ ਮਾਈ ਗੋਡ ਟੀਚਰਸ ਇੰਨੇ ਮੈਰਾਥਨਸ ਪਾ ਦਿੰਦੇ, ਇੰਨੇ ਇੰਸਟੀਟਿਊਟਸ ਵਾਲੇ। ਫਿਰ ਉਹ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਐਵੇਂ ਘਬਰਾਹਟ ਹੁੰਦੀ ਹੈ ਕਿ ਨਹੀਂ ਯਾਰ ਮੈਰਾਥਨ ਆਪਣੀ ਤਾਂ ਰਹਿ ਗਈ ਹੈ, ਮੈਂ ਮੈਰਾਥਨ ਨਹੀਂ ਦੇਖੀ, ਕੀ ਪਤਾ ਇਸ 'ਚੋਂ ਪੇਪਰ ਆ ਜੇ। ਨੋ, ਮੈਰਾਥਨ ਵਗੈਰਾ ਪਹਿਲਾਂ ਹੀ ਆਲਰੇਡੀ YouTube 'ਤੇ ਪਈਆਂ ਨੇ, ਉਹਨਾਂ ਮੈਰਾਥਨਸ ਨੂੰ ਹੀ ਦੇਖੋ। ਕਿਉਂਕਿ ਮੌਕੇ 'ਤੇ ਆ ਕੇ 8-9 ਘੰਟਿਆਂ ਦੀ ਮੈਰਾਥਨ ਤੁਸੀਂ ਦੇਖਦੇ ਹੋ ਤਾਂ ਤੁਹਾਡਾ ਦਿਮਾਗ ਹੀ ਫਟਣ ਵਾਲਾ ਹੋ ਜਾਂਦਾ। ਇੰਨਾ ਟਾਈਮ ਸਕਰੀਨ ਟਾਈਮ ਦੇਣਾ ਹੈ ਨਾ, ਉਸ ਜਿਸ ਦਾ ਕੋਈ ਲੌਜਿਕ ਨਹੀਂ ਹੁੰਦਾ। ਤੁਹਾਨੂੰ ਕੁਛ ਦੇਖ ਲਿਓ ਉੱਥੇ, ਤੁਹਾਨੂੰ ਖੁਦ ਨੂੰ ਹੀ ਰੀਅਲਾਈਜ਼ ਹੁੰਦਾ ਕਿ ਸਭ ਕੁਛ ਹੌਚ ਪੌਚ ਹੋ ਜਾਂਦਾ, ਕੁਛ ਵੀ ਐਟ ਦਾ ਐਂਡ ਯਾਦ ਨਹੀਂ ਰਹਿੰਦਾ। ਸੋ ਆਪਣੀਆਂ ਮੈਰਾਥਨ ਆਲਰੇਡੀ ਪਹਿਲਾਂ ਹੀ ਪਈਆਂ ਨੇ YouTube 'ਤੇ, ਤਾਂ ਤੁਸੀਂ ਪਹਿਲਾਂ ਸਿਲੇਬਸ ਪੂਰਾ ਕਰੋ, ਮੈਰਾਥਨ ਲਾਓ। ਯਾਨੀ ਐਵੇਂ ਸਿਸਟਮੈਟਿਕਲੀ ਚੱਲੋ। ਜਦੋਂ ਤੁਹਾਡਾ ਜਾ ਕੇ ਪੇਪਰਾਂ ਦੇ ਕੋਲੋਂ ਹੈ ਨਾ 10-15 ਦਿਨ ਪਹਿਲਾਂ, 10-15 ਦਿਨ ਵੀ ਨਹੀਂ, ਟੀਚਰ ਤਾਂ ਹਫ਼ਤਾ ਪਹਿਲਾਂ ਮੈਰਾਥਨਸ ਪਾਉਂਦੇ ਆ ਬਸ। ਐਂਡ ਉਹ ਮੈਰਾਥਨਸ ਫਿਰ ਲੋਕ ਪਾਗਲ ਹੋ ਜਾਂਦੇ ਉਹਨਾਂ ਨੂੰ ਦੇਖਣ ਲਈ। ਆਪਣੀ ਮੈਂਟਲ ਹੀ, ਮੈਨੂੰ ਤਾਂ ਲੱਗਦਾ ਆਪਣੀ ਮੈਂਟਲ ਹੈਲਥ ਹੀ ਖ਼ਰਾਬ ਕਰ ਲੈਂਦੇ ਹਾਂ ਆਪਾਂ ਉਹਨਾਂ ਨੂੰ ਇੰਨਾ ਟਾਈਮ ਲਾ ਕੇ ਮੈਰਾਥਨਸ ਨੂੰ, ਹੈ ਨਾ। ਸੋ ਉਹ ਕੰਮ ਨਹੀਂ ਕਰਨਾ ਹੈਗਾ ਗਾ। ਆਪਣੀਆਂ ਮੈਰਾਥਨਸ ਆਲਰੇਡੀ ਪਹਿਲਾਂ ਹੀ ਲਾ ਕੇ ਰੱਖੋ ਕਿਉਂਕਿ ਕੁਛ ਨਵਾਂ ਨਹੀਂ ਹੋਣ ਵਾਲਾ। ਉਹੀ ਸੇਮ ਮੈਰਾਥਨਸ ਬਾਰ ਆਉਂਦੀਆਂ ਨੇ। ਇਟ ਇਜ਼ ਜਸਟ ਫॉर ਵਿਊਜ਼ ਓਨਲੀ, ਠੀਕ। ਵਿਊਜ਼ ਆਉਣਗੇ, ਸਾਡੇ ਇੰਸਟੀਟਿਊਟ ਦੀ ਵਾਹ ਹੋਊਗੀ, ਉਹੀ ਕੁਛ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਸੋ ਆਪਣੀਆਂ ਮੈਰਾਥਨਸ ਪਹਿਲਾਂ ਹੀ ਲਾ ਕੇ ਰੱਖੋ, ਆਲਰੇਡੀ ਬਹੁਤ ਲੱਗੀਆਂ ਪਈਆਂ ਨੇ। ਦੈਨ ਜੇ ਤੁਹਾਨੂੰ ਰੀਅਲਾਈਜ਼ ਹੁੰਦਾ ਹੈ ਬਾਅਦ 'ਚ ਜਾ ਕੇ ਕਿ ਸਾਡਾ ਆਹ ਸਬਜੈਕਟ ਥੋੜ੍ਹਾ ਜਿਹਾ ਵੀਕ ਲੱਗਦਾ ਤਾਂ ਤੁਸੀਂ ਉਸ ਨੂੰ ਮੈਰਾਥਨ ਥਰੂ ਕਰ ਲਓ। ਅਦਰਵਾਈਜ਼ ਤਾਂ ਤੁਹਾਨੂੰ ਇਹੀ ਕਰਨਾ ਚਾਹੀਦਾ ਕਿ ਐਗਜ਼ਾਮਸ ਦੇ ਵਿੱਚ ਤੁਹਾਨੂੰ ਆਪਣਾ ਉਹੀ ਜੋ ਸਿਲੇਬਸ ਤੁਹਾਡਾ ਹੁੰਦਾ ਉਸੇ ਨੂੰ ਹੀ ਰਿਵਾਈਜ਼ ਕਰਦੇ ਰਹਿਣਾ ਚਾਹੀਦਾ ਹੈ। ਜਿੰਨਾ ਤੁਸੀਂ ਕੀਤਾ ਹੁੰਦਾ ਨੋਟਸ ਰਿਵਾਈਜ਼ ਕਰੋ, ਹੈ ਨਾ। ਸਕਰੀਨ ਟਾਈਮ ਤੁਹਾਨੂੰ ਘਟਾਉਣਾ ਚਾਹੀਦਾ ਤਾਂ ਕਿ ਆਪਾਂ ਆਪਣੇ ਪੇਪਰ ਦੇ ਟਾਈਮ ਤੱਕ ਜਾਂਦੇ ਆਪਣਾ ਮੈਂਟਲੀ ਸਟੇਬਲ ਹੋ ਸਕੀਏ। ਕੰਸਨਟ੍ਰੇਸ਼ਨ, ਸਕਰੀਨ ਟਾਈਮ ਤੁਹਾਡਾ ਜਿੰਨਾ ਜ਼ਿਆਦਾ ਹੋ ਉਨੀ ਕੰਸਨਟ੍ਰੇਸ਼ਨ ਤੁਹਾਡੀ ਘਟੂਗੀ। ਇਹ ਤੁਸੀਂ ਖੁਦ ਵੀ ਨੋਟਿਸ ਕੀਤੀ ਹੋਣੀ ਹੈ ਚੀਜ਼, ਠੀਕ ਹੈ। ਸੋ ਬੁੱਕਸ ਪੜ੍ਹੋ, ਨੋਟਸ ਬਣਾਓ, ਉਹਨਾਂ ਨੋਟਸ ਬਣਾਓ, ਨੋ ਡਾਊਟ ਨੋਟਸ ਆਪਣੇ ਔਨਲਾਈਨ ਬਣਾਓ, ਔਨਲਾਈਨ ਪੜ੍ਹ ਕੇ ਬਣਾਓ ਨੋਟਸ। ਦੈਨ ਉਹਨਾਂ ਨੋਟਸ ਨੂੰ ਰਿਵਾਈਜ਼ ਕਰੋ ਬਾਰ ਇਹੀ ਪੋਸੀਬਲ ਹੈ। ਇਸੇ ਨਾਲ ਹੀ ਆਪਾਂ ਆਪਣਾ ਐਗਜ਼ਾਮ ਜਿਹੜਾ ਉਹ ਕਰੈਕ ਕਰ ਸਕਦੇ ਹਾਂ ਅਤੇ ਆਪਣੇ ਦਿਮਾਗ ਨੂੰ
ਥੋੜ੍ਹਾ ਸ਼ਾਂਤ ਰੱਖ ਸਕਦੇ ਹਾਂ। ਓਕੇ, ਦੈਟਸ ਆਲ। ਮੈਂ ਇਹੀ ਕਹਿਣਾ ਚਾਹੁੰਦੀ ਹਾਂ। ਐਂਡ ਇਹ ਵੀ ਨਹੀਂ ਹੈ ਕਿ ਮੈਰਾਥਨ 8-8 9-9 ਘੰਟੇ 10-10 ਘੰਟੇ ਟੀਚਰ, ਆਈ ਡੋਂਟ ਨੋ ਟੀਚਰ ਕੀ ਕਰਨਾ, ਕੀ ਕਰਕੇ ਦਿਖਾਉਣਾ ਚਾਹ ਰਹੇ ਹੁੰਦੇ ਆ, ਹੈ ਨਾ। 12-12 ਘੰਟਿਆਂ ਦੀ ਮੈਰਾਥਨ ਲਾ ਕੇ ਆਰਾਮ ਨਾਲ ਪੜ੍ਹਾਓ, 2-2 3-3 ਘੰਟੇ 12 ਘੰਟੇ ਮੈਰਾਥਨ ਲਾ ਕੇ ਤੁਹਾਨੂੰ ਸਾਰਾ ਕੁਛ ਯਾਦ ਰਹਿੰਦਾ ਹੈ ਕਿ ਤੁਹਾਨੂੰ ਸਾਰੇ ਕੁਐਸਚਨਸ ਯਾਦ ਹੈ। ਜੇ ਤੁਹਾਨੂੰ ਯਾਦ ਹੀ ਨਹੀਂ ਹੈ ਕੁਛ ਕੁਐਸਚਨਸ, ਤਾਂ ਫਿਰ ਉਹਦਾ ਤਾਂ ਮੈਰਾਥਨ ਲਾਈ ਦਾ ਕੋਈ ਫਾਇਦਾ, 12 ਘੰਟੇ ਬੈਠੇ ਦਾ ਕੋਈ ਫਾਇਦਾ ਹੈ। ਸੋ ਆਪਣੀ ਨੋ ਡਾਊਟ ਟੀਚਰਾਂ ਨੇ 12-12 ਘੰਟੇ ਦੀ ਲਾਈ, ਤੁਸੀਂ 3-3 ਘੰਟੇ ਦਿਨ ਦੇ 2-2 ਘੰਟੇ ਐਵੇਂ ਕਰਕੇ ਆਪਣੀ ਉਸ ਮੈਰਾਥਨ ਨੂੰ ਪੂਰਾ ਕਰ ਸਕਦੇ ਹੋ। ਸੋ ਮੈਨੂੰ ਲੱਗਦਾ ਮੈਂ ਸਾਰੀਆਂ ਗੱਲਾਂ ਮੈਰਾਥਨਸ ਨਾਲ ਰਿਲੇਟਡ ਕਰ ਚੁੱਕੀ ਹਾਂ। ਜੇ ਤੁਹਾਨੂੰ ਕੋਈ ਹੋਰ ਟੌਪਿਕ ਚਾਹੀਦਾ ਕਿ ਹਾਂ ਇਸ ਟੌਪਿਕ 'ਤੇ ਪਰਟੀਕੂਲਰ 'ਤੇ ਕੋਈ ਵੀਡੀਓ ਬਣੇ, ਦੈਨ ਸ਼ੋਰ ਪਲੀਜ਼ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਥੈਂਕ ਯੂ।